ਮੈਨੂੰ ਆਹ ਗੱਲ ਦਾ ਕੀ ਪਤਾ ਲੱਗ ਗਿਆ। ਕਹਿੰਦਾ ਮੈਂ ਕਿਰਾਏ ਮੁੱਲ ਲਈ ਤੀ ਬ੍ਰਾਹਮਣਾਂ ਤੋਂ 3 ਲੱਖ ਰੁਪਈਏ 'ਚ। ਕਹਿੰਦੀ ਅੱਛਾ ਲੱਖ ਰੁਪਈਏ 'ਚ ਰਹਿ? ਕਹਿੰਦਾ ਹਾਂ। ਕਹਿੰਦਾ ਉਸੇ ਰਹਿ ਨੇ ਆ ਤੇਰਾ ਕੰਮ ਕਰਕੇ ਦਿੱਤਾ ਹੈ। ਮੈਂ ਪਿੰਡੋਂ ਚੱਲਿਆ, ਮੈਂ ਬਾਦਸ਼ਾਹ ਦਾ ਪੁੱਤ ਹਾਂ। ਅਤੇ ਕਹਿੰਦਾ ਮੈਂ ਜੋ ਘੁਮਿਆਰ ਦੀ ਰਾਤ ਕੱਟੀ, ਘੁਮਿਆਰ ਨੇ ਕਿਹਾ ਸੀ ਵੀ ਅੱਜ ਮੇਰੇ ਪੁੱਤ ਨੇ ਜਾਣਾ। ਕਹਿੰਦਾ ਉਹਦੇ ਥਾਂ ਕੱਪੜੇ ਮੈਂ ਪਾ ਕੇ ਆਇਆ, ਮੈਂ ਰਾਜੇ ਦਾ ਪੁੱਤ ਹਾਂ, ਘੁਮਿਆਰ ਦਾ ਪੁੱਤ ਨਹੀਂ। ਕਹਿੰਦੀ ਫਿਰ ਤਾਂ ਹੀ ਤੈਨੂੰ ਆਹ ਗੱਲ ਦੀ ਹੋ ਗਈ ਨਾ। ਕਹਿੰਦਾ ਮੈਨੂੰ ਰਹਿ ਸੀ ਵੀ ਰਹਿਮ ਕਰਨਾ, ਦਿਆ ਕਰਨੀ ਹੈ ਵੀ ਚਲੋ ਕਿਉਂ ਘੁਮਿਆਰ ਦਾ ਪੁੱਤ ਮਰਵਾਈਏ, ਮੈਂ ਆਇਆ। ਕਹਿੰਦਾ ਮੇਰਾ ਸ਼ਾਸਤਰ ਮੇਰੇ ਕੋਲੇ ਸੀ। ਕਹਿੰਦਾ ਤੇਰੇ ਕੋਲ ਦੂਜੇ ਵੀ ਪੈ ਜਾਂਦੇ ਸੀ ਆ ਕੇ। ਕਹਿੰਦਾ ਮੈਂ ਤਾਂ ਤਿਆਰ ਪਰ ਤਿਆਰ ਤੀ, ਮੈਨੂੰ ਪਤਾ ਸੀ ਵੀ ਕਾਰਨਾ ਹੈ ਉਹਦਾ। ਦੱਸਿਆ ਘੁਮਿਆਰ ਨੇ ਵੀ ਰਾਤ ਨੂੰ ਸੱਪ ਲੜਦਾ ਮੁੰਡੇ ਦੇ, ਮੁੰਡਾ ਮਰਦਾ। ਕਹਿੰਦੀ ਵੀ ਬਟ ਤੂੰ ਘੁਮਿਆਰ ਦਾ ਪੁੱਤ ਨਹੀਂ? ਕਹਿੰਦਾ ਨਾ ਮੈਂ ਤਾਂ ਰਾਜੇ ਦਾ ਪੁੱਤ ਹਾਂ, ਘੁਮਿਆਰ ਦਾ ਪੁੱਤ। ਘਰੇ ਜਾ ਕੇ ਦੇਖ ਲਓ। ਉਹ ਆਪਦੇ ਪਿਓ ਨੂੰ ਕਹਿੰਦੀ ਪਿਤਾ, ਕਹਿੰਦੀ ਉਹ ਘੁਮਿਆਰ ਦਾ ਪੁੱਤ ਨਹੀਂ ਹੈਗਾ ਇਹ। ਕਹਿੰਦਾ ਹੋਰ? ਕਹਿੰਦੀ ਇਹ ਤਾਂ ਫਲਾਣੇ ਥਾਂ ਰਾਜੇ ਦਾ ਪੁੱਤ ਹੈ। ਵੀ ਰਾਜਾ ਸੁਣ ਕੇ ਗੱਲ ਆਇਆ। ਕਹਿੰਦਾ ਬੇਟਾ ਕਿਹਦਾ ਪੁੱਤ ਹੈ? ਕਹਿੰਦਾ ਮੈਂ ਜੀ ਫਲਾਣੇ ਬਾਦਸ਼ਾਹ ਦਾ ਪੁੱਤ ਹਾਂ। ਕਹਿੰਦਾ ਤਾਂ ਬਹੁਤ ਸੋਹਣਾ ਹੋ ਗਿਆ ਮੇਰੀ ਧੀ ਦੇ ਸੰਯੋਗੀ ਜਿਹੜਾ ਤਾਂ ਆਹ ਕਲੰਕ ਕੱਟਤਾ। ਕਹਿੰਦਾ ਰਾਜਾ ਮੇਰੇ ਕੋਲ ਰਹਿ ਸੀ ਇੱਕ ਬ੍ਰਾਹਮਣਾਂ ਦੀ, ਲੱਖ ਰੁਪਈਏ 'ਚ ਮੁੱਲ ਲਈ ਦੀ ਮੈਂ। ਉਹ ਰਹਿ ਦੇ ਨਾਲ ਮੈਂ ਚੱਲਦਾ ਆਇਆ। ਉਸਨੇ ਕਿਹਾ ਦੀ ਵੀ ਜੇ ਕਿਸੇ ਗਰੀਬ ਦੇ ਦੁੱਖ ਤਕਲੀਫ ਹੈ ਉਹਦਾ ਦੁੱਖ ਬਣਾਉਣਾ। ਕਹਿੰਦਾ ਮੈਂ ਕਿਹਾ ਕਿਉਂ, ਲੋਕਾਂ ਦੇ ਪੁੱਤ ਮਰਦੇ ਨੇ, ਆਪਾਂ ਚਲੋ। ਕਹਿੰਦਾ ਵੀ ਆਹ ਤਾਂ ਬਹੁਤ ਸੋਹਣੀ ਗੱਲ ਹੋ ਗਈ। ਤੈਂ ਜਿਹੜਾ ਮੇਰੀ ਧੀ ਦਾ ਇਹ ਵਸੇਬਾ ਕਰਤਾ ਇਸ ਚੀਜ਼ ਦੇ ਵਿੱਚ, ਕਹਿੰਦਾ ਤਾਂ ਬਹੁਤ ਸੋਹਣਾ ਕਰਿਆ। ਅਤੇ ਉਹ ਕਹਿਣ ਲੱਗਿਆ, ਕਹਿੰਦਾ ਰਾਜਾ ਜਿਹੜਾ ਇੰਨੇ ਬੱਚੇ ਮਰ ਗਏ ਲੋਕਾਂ ਦੇ, ਇਹ ਦੋਸ਼ ਤੇਰੀ ਧੀ 'ਤੇ ਪੈ ਗਿਆ, ਤੁਹਾਡੇ 'ਤੇ ਪੈ ਗਿਆ। ਤੈਨੂੰ ਤਾਂ ਕੁੜੀ ਵਿਆਹੁਣ ਦਾ ਤੀ, ਇਹਨੂੰ ਵੀ ਵਿਆਹ ਕਰਾਉਣ ਦਾ ਤੀ, ਬਗਾਨੇ ਪੁੱਤ ਮਰੀ ਜਾਂਦੇ ਤੀ। ਤੂੰ ਉਹ ਦੋਸ਼ ਦਾ ਕੋਈ ਪਾ ਕਰ ਲੈ। ਕਹਿੰਦਾ ਦੱਸ? ਕਹਿੰਦਾ ਤੂੰ ਐਂ ਕਰ ਵੀ ਕੋਈ ਜੱਗ ਪੁੱਛ ਕੇ ਬ੍ਰਾਹਮਣ ਨੂੰ ਪੁੰਨ ਦਾਨ ਕਰ ਦੇ, ਅਤੇ ਅਸੀਂ ਨਾਲੇ ਮੇਰੇ ਪਿਤਾ ਦੇ ਜਾਣਾ ਹੈ। ਮੈਂ ਮੇਰੇ ਪਿਤਾ ਨੂੰ ਹੀ ਪਤਾ ਲੱਗ ਜੇ ਵੀ ਹਾਂ ਮੇਰਾ ਪੁੱਤ ਵਿਆਹਿਆ ਗਿਆ। ਕਹਿੰਦਾ ਤੁਸੀਂ ਜਾ ਆਓ ਫਿਰ ਬੱਗੀ ਲੈ ਕੇ ਭਾਈ, ਨਾਲ ਨੌਕਰ ਲੈ ਲਏ ਅਤੇ ਸੈਨਿਕ ਚੱਲ ਪਿਆ ਰਾਜ ਦਲਬਾਰ ਨੂੰ। ਭਾਈ ਰਾਣੀ ਕਹੇ ਕੋਈ ਮੁੰਡੇ ਦਾ ਮੁੜ ਕੇ ਪਤਾ ਨਹੀਂ ਲੱਗਿਆ, ਤੂੰ ਤਾਂ ਉਹਨੂੰ ਘੂਰੀ ਗਿਆ, ਕਿਸੇ ਜੰਗਲ 'ਚ ਵਗ ਗਿਆ, ਸ਼ੇਰ ਖਾ ਗਿਆ, ਉਹ ਕਿੰਨਾ ਚਿਰ ਹੋ ਗਿਆ ਮੁੜਿਆ ਨਹੀਂ। ਰਾਜਾ ਕਹਿਣ ਲੱਗਿਆ ਮੈਂ ਕੰਮ ਨੂੰ ਹੀ ਕਹਿਣਾ ਹੁੰਦਾ, ਕੋਈ ਮਾੜਾ ਤਾਂ ਕਰਿਆ ਨਹੀਂ। ਉਹ ਕਹਿਣ ਲੱਗੀ ਕਹਿੰਦੀ ਉਹਦੇ ਕੋਲ ਇੱਕ ਪਰਚਾ ਜਿਹਾ ਸੀਗਾ, ਉਹ ਪਤਾ ਨਹੀਂ ਕਾਹਦਾ ਤੀ। ਹਾਂ ਰਾਣੀ ਦੀ ਮਾਂ ਕਹਿੰਦੀ ਇੰਨੇ ਜਦੋਂ ਸ਼ਹਿਰ 2 ਕਿਲੋਮੀਟਰ ਰਹਿ ਗਿਆ, ਜਦ ਸੈਨਿਕਾਂ ਨੂੰ ਕਹਿੰਦਾ ਜਾ ਰਾਜ ਦਲਬਾਰ 'ਚ ਜਾ ਕੇ ਕਹਦੇ ਵੀ ਤੁਹਾਡਾ ਮੁੰਡਾ ਰਾਣੀ ਲਈ ਆਉਂਦਾ, ਵਿਆਹ ਕਰਾ ਲਿਆ ਉਹਨੇ। ਕਹਿੰਦਾ ਅੱਛਾ। ਭਾਈ ਸੈਨਿਕ ਗਏ, ਜਾ ਕੇ ਦਲਬਾਰ 'ਚ ਗੇਟ ਮੂਹਰੇ ਘੋੜਾ ਲੈ ਕੇ ਜਾ ਖੜਿਆ। ਪਹਿਰੇਦਾਰ ਨੇ ਪੁੱਛਿਆ ਵੀ ਕਿਸੇ ਰਾਜੇ ਦਾ ਨੌਕਰ ਹੈ? ਕਹਿੰਦਾ ਉਹ ਮਹਾਰਾਜ, ਕਹਿੰਦਾ ਮੈਂ ਫਲਾਣੇ ਬਾਦਸ਼ਾਹ ਦਾ ਨੌਕਰ ਹਾਂ, ਤੁਹਾਡਾ ਪੁੱਤ ਉਹਦੀ ਕੁੜੀ ਵਿਆਹ ਕੇ ਬੱਗੀ 'ਚ ਆ ਰਿਹਾ। ਭਾਈ ਉਹਨੇ ਜਦੋਂ ਆਹ ਗੱਲ ਹੋ ਗਈ ਜਾ ਦਿੱਤੀਆਂ ਵਧਾਈਆਂ ਰਾਣੀ ਤੇ ਰਾਜੇ ਨੂੰ। ਰਾਣੀ ਵਧਾਈਆਂ? ਕਹਿੰਦੀ ਕਾਹਦੀਆਂ ਨੇ ਵਧਾਈਆਂ? ਕਹਿੰਦਾ ਤੇਰੀ ਨੂੰਹ ਤੇ ਪੁੱਤ ਆ ਰਹੇ ਨੇ, ਬਾਦਸ਼ਾਹ ਦੀ ਕੁੜੀ ਨੂੰ ਵਿਆਹ ਕੇ ਲਿਆ ਰਿਹਾ, ਉਹਦਾ ਸੈਨਿਕ ਖੜਾ ਬਾਹਰ 'ਚ। ਖੇਤ ਦਾ ਭਾਈ ਚੜ੍ਹ ਕੇ ਚਾਓ, ਖੁਸ਼ੀ ਹੋ ਗਈ ਰਾਜੇ ਨੂੰ ਰਾਣੀ ਨੂੰ। ਅਤੇ ਮਾਰ ਗੋਲੀਆਂ ਬਾਂਹਦਿਆਂ ਨੂੰ ਕਹਿਤਾ, ਕਹਿੰਦੀ ਤਿਆਰ ਕਰ ਲਓ, ਕਹਿੰਦੀ ਮੇਰੀ ਨੂੰਹ ਆਉਂਦੀ ਹੈ। ਕਹਿੰਦੀ ਰਾਣੀ ਮੰਗਿਆ ਨਹੀਂ, ਵਿਆਹ ਨਹੀਂ, ਐ ਕਿੱਥੋਂ ਨੂੰਹ ਆ ਗਈ? ਕਹਿੰਦੀ ਆ ਰਹੀ ਹੈ, ਸੈਨਿਕ ਆਇਆ ਖੜਾ ਬਾਰ ਦੇ ਵਿੱਚ ਘੋੜੇ ਵਾਲਾ। ਭਾਈ ਜਦੋਂ ਬਾਰ ਦੇ ਵਿੱਚ ਬੱਗੀ ਆ ਖੜੀ, ਸਾਰੀਆਂ ਨੇ ਬੜੇ ਸਤਿਕਾਰ ਪਿਆਰ ਦੇ ਨਾਲ ਉਹਨੂੰ ਤਾਰਿਆ। ਜਿਹੜਾ ਸ਼ਗਨ ਹੁੰਦਾ ਵਿਆਹਾਂ ਵਾਲਾ, ਪਾਣੀ ਪੂਣੀ ਬਾਹਰ ਪੀਤਾ, ਅਤੇ ਬੜੀ ਸੋਹਣੀ ਨੂੰਹ। ਰਾਣੀ ਖੁਸ਼ ਹੋ ਗਈ, ਰਾਜਾ ਵੀ ਖੁਸ਼ ਹੋ ਗਿਆ, ਅਤੇ ਮਹਿਲਾਂ ਦੇ ਵਿੱਚ ਲਿਜਾ ਕੇ ਪਲੰਘ 'ਤੇ ਬਹਾਈ, ਉਹਦੀ ਸੇਵਾ ਕਰੀ। ਰਾਜਾ ਕਹਿੰਦਾ ਪੁੱਤਰਾ ਐਡੀ ਮੰਜ਼ਲ 'ਤੇ ਤੂੰ ਕਿਵੇਂ ਪਹੁੰਚ ਗਿਆ? ਤੂੰ ਤਾਂ ਬਾਹਲਾ ਹੀ ਨਖੱਟੂ ਤੀ। ਕਹਿੰਦਾ ਪਿਤਾ
ਮੈਨੂੰ ਇੱਕ ਰਾਏ ਮਿਲ ਗਈ ਤੀ। ਕਹਿੰਦਾ ਕੀ ਰਾਏ? ਕਹਿੰਦਾ ਕਿਹੜੇ ਆਪਣੇ ਬ੍ਰਾਹਮਣ ਨੇ, ਕਹਿੰਦਾ ਉਹਨਾਂ ਦੀ ਬਹੂ ਨੇ ਮੈਨੂੰ ਆਪਦੇ ਪਤੀ ਤੋਂ ਰਾਏ ਲਿਖਿਆ ਕੇ ਲਿਆਈ ਤੀ। 1 ਲੱਖ ਰੁਪਈਏ 'ਚ ਰਾਏ ਲਈ ਤੀ ਮੁੱਲ। ਰਾਜਾ ਕਹਿੰਦਾ ਰਾਏ ਵੀ ਕਿਤੇ ਮੁੱਲ ਲਈ ਦੀ ਹੁੰਦੀ ਹੈ? ਰਾਏ ਤਾਂ ਕਹਿੰਦਾ ਪਹਿਲਾਂ ਦੱਸ ਦਿੰਦਾ ਬਸ ਉਹਨੂੰ। ਕਹਿੰਦਾ ਇਸੇ ਨੇ ਤਾਂ ਫਿਰ ਕੰਮ ਕਰਿਆ। ਕਹਿੰਦਾ 3 ਚੀਜ਼ਾਂ ਦੀ ਉਹਦੇ ਲਿਖੀਆਂ, ਮੈਂ 3 ਕਰੀਆਂ ਨੇ। ਕਹਿੰਦਾ ਉਹ ਰਾਏ ਨੇ ਮੈਂ ਪਾਸ ਕਰਿਆ। ਉਹ ਰਾਏ ਨੇ ਰਾਣੀ ਵਿਆਹੀ ਹੈ। ਕਹਿੰਦਾ ਅੱਛਾ? ਕਹਿੰਦਾ ਹਾਂ। ਕਹਿੰਦਾ ਮੇਰੇ ਕੋਲ ਹੀ ਆ ਦੇਖ ਲੈ, ਪੜ੍ਹ ਕੇ ਦੇਖੀ ਰਾਜੇ ਨੇ। ਕਹਿੰਦਾ ਕਮਾਲ ਕਰੀ ਪਈ ਆ ਤਾਂ। ਕਹਿੰਦਾ ਆ ਬੀਤੀਆਂ? ਕਹਿੰਦਾ ਹਾਂ ਬੀਤੀਆਂ। ਕਹਿੰਦਾ ਠੱਗ ਦੇ ਕੋਲ ਵੀ ਗਿਆ, ਉਹ ਵੀ ਉੱਥੇ ਮੈਂ ਜਾਗਦਾ ਰਿਹਾ, ਨਹੀਂ ਮੈਨੂੰ ਮਾਰ ਦਿੰਦਾ ਉਹ। ਕਹਿੰਦਾ ਠੀਕ ਹੈ। ਕਹਿੰਦਾ ਫਿਰ ਤਾਂ ਤੂੰ ਬਹੁਤ ਸਿਆਣਾ ਰਿਹਾ। ਰਾਣੀ ਨੂੰ ਕਹਿੰਦਾ ਤਾਂ ਇਹਨੇ ਬਹੁਤ ਵੱਡਾ ਕੰਮ ਕਰਿਆ। ਦੇਖੇ ਇਹਦੇ ਕੋਈ ਰਾਏ 1 ਲੱਖ ਰੁਪਈਏ 'ਚ ਮੁੱਲ ਲਈ ਆ। ਕਹਿੰਦਾ ਮੈਂ ਤਾਂ ਕਹਿੰਦੀ ਵੀ ਇੰਨੇ ਪੈਸੇ। ਕਹਿੰਦਾ ਕੰਮ ਕਰ ਗਈ। ਉਹ ਕਹਿੰਦੀ ਰਾਣੀ ਨੇ ਪੜ੍ਹੀ। ਕਹਿੰਦੀ ਹਾਂ ਵੀ ਪੁੱਤਰ ਇਹ ਬਹੁਤ ਸੋਹਣੀ ਚੀਜ਼ ਹੈ, ਤਾਂ ਸਾਂਭ ਕੇ ਰੱਖ। ਕਹਿੰਦਾ ਸਾਹਮਣਾ ਕੀ ਆ? ਬਸ ਸਾਂਭ ਗਈ ਮੇਰੇ ਦਿਮਾਗ 'ਚ, ਹੁਣ ਤੁਸੀਂ ਆਪਦੀ ਨੂੰ ਰੱਖ ਲਓ ਤੇ ਸਾਂਭ ਕੇ। ਫਿਰ ਰਾਣੀ ਨੇ ਦੱਸਿਆ, ਕਹਿੰਦੀ ਵੀ ਮਾਤਾ ਇਹਨੇ ਤਾਂ ਮੇਰਾ ਬਹੁਤ, ਮਾਂ ਪਿਓ ਬਹੁਤ ਤੜਫਦੀ ਦੀ, ਮੈਂ ਬਹੁਤ ਦੁਖੀ ਸੀ, ਬਹੁਤ ਸਾਰਾ ਕਾਰਨ ਦੱਸਦਾ ਵੀ ਆਹ ਕਾਰਨ ਦੀ। ਕਹਿੰਦੀ ਆਹ ਕਾਰਨ ਫਿਰ ਇਹਨੇ ਖ਼ਤਮ ਕਰੀ ਉਹ ਚੀਜ਼ ਨੂੰ, ਤਾਂ ਮੇਰੀ ਇਹਦੇ ਨਾਲ ਸ਼ਾਦੀ ਹੋਈ ਹੈ। ਫਿਰ ਇਹਨੇ ਦੱਸਿਆ ਮੈਨੂੰ ਵੀ ਮੈਂ ਘੁਮਿਆਰ ਦਾ ਪੁੱਤ ਨਹੀਂ, ਮੈਂ ਤਾਂ ਬਾਦਸ਼ਾਹ ਦਾ ਪੁੱਤ ਹਾਂ, ਫਲਾਣੇ ਥਾਂ ਦਾ ਰਾਜਾ। ਉਹ ਕਹਿਣ ਲੱਗੀ ਹਾਂ ਤਾਂ ਬਹੁਤ ਸੋਹਣਾ ਹੋ ਗਿਆ ਪੁੱਤ। ਫਿਰ ਸਾਡਾ ਪੁੱਤ ਦਾ ਰਾਜਿਆਂ ਦੀ ਵਿਆਹ ਗਿਆ ਸੀ, ਰਾਜੇ ਆ, ਨਾ ਜਾਣੀਏ ਕਿਸੇ ਹੋਰ ਕੌਮ ਦੇ ਵਿਆਹ ਜਾਂਦਾ, ਸਾਡੀ ਬਾਹਲੀ ਵੱਡੀ ਬਦਨਾਮੀ ਤੀ। ਠੀਕ ਹੈ। ਉਹਨੇ ਦੱਸਿਆ ਮੈਂ ਫਲਾਣੇ ਰਾਜੇ ਨੇ ਬੜਾ ਤਕੜਾ ਰਾਜਾ ਸੀ। ਕਹਿੰਦੀ ਹਾਂ ਸੁਣਦੇ ਹਾਂ ਵੀ ਬਹੁਤ ਤਕੜਾ ਰਾਜਾ, ਬਹੁਤ ਵੱਡਾ ਰਾਜ ਹੈ ਉਹਦਾ, ਅਤੇ ਖਾਨਦਾਨ ਦੀ ਧੀ ਹੈ, ਬੜੀ ਖੁਸ਼ੀਆਂ ਹੋ ਗਈਆਂ। ਅਤੇ ਆਹ ਤੇਰਾ ਮਹਿਲ ਹੈ, ਸਾਡਾ ਤਾਂ ਮਹਿਲ ਸੁਣਨਾ ਪਿਆ ਦੀ ਪੁੱਤ ਬਿਨਾਂ ਹੋਣਾ, ਅਸੀਂ ਤਾਂ ਬਜ਼ੁਰਗ ਹੋਈ ਜਾਂਦੇ, ਸਾਡੀ ਸੇਵਾ ਕਰੋਗੇ? ਅਤੇ ਕਹਿੰਦੀ ਹਾਂ ਮਾਂ ਵੀ ਮੈਂ ਤੁਹਾਡੀ ਸੇਵਾ ਕਰੂੰਗੀ। ਵੀ ਇਹ ਤਾਂ ਬਹੁਤ, ਤੁਸੀਂ ਤਾਂ ਇਹਨੂੰ ਨਖੱਟੂ ਕਹਿੰਦੇ, ਤਾਂ ਬਹੁਤ ਸਿਆਣਾ, ਬਹੁਤ ਸਮਝਦਾਰ ਬੰਦਾ ਹੈ। ਉਹ ਕਹਿੰਦੀ ਉਦੋਂ ਨਖੱਟੂ ਤੀ ਜਦੋਂ ਅਸੀਂ ਕਹਿੰਦੇ ਹੁੰਦੇ, ਹੁਣ ਨਹੀਂ। ਕਹਿੰਦੀ ਹੁਣ ਤਾਂ ਜਿਹਦੇ ਐਡੀ ਰਾਇ ਦੇ ਨਾਲ ਐਡੀ ਮੰਜ਼ਿਲ 'ਤੇ ਪਹੁੰਚ ਗਿਆ, ਕਹਿੰਦੀ ਫਿਰ ਤਾਂ ਬਹੁਤ ਸਿਆਣਾ ਹੈ। ਭਾਈ ਉਹ ਰਹਿਣ ਲੱਗ ਗਏ ਮਹਿਲਾਂ ਦੇ ਵਿੱਚ, ਸੱਸ ਨੂੰ ਉਹ ਸਾਰੇ। ਉਹ ਇੱਕ ਦਿਨ ਰਾਜਾ ਕਹਿਣ ਲੱਗਿਆ, ਕਹਿੰਦਾ ਇਹਨੂੰ ਸਮਾਰ ਕੇ ਨੂੰ ਕੋਈ ਸਵਾਲ ਪੁੱਛ ਕੇ ਦੇਖ ਬਈ ਬਾਦਸ਼ਾਹ ਦੀ ਕੁੜੀ ਆ, ਦਿਮਾਗ ਕੰਮ ਕਰਦਾ ਪੂਰਾ, ਕੋਈ ਇਹਨਾਂ ਨੂੰ ਆਦਤ ਹੁੰਦੀ ਰਾਜਾ ਨੂੰ ਕੋਈ ਨਾ ਕੋਈ ਸਵਾਲ ਪੁੱਛਣਾ, ਕੁਛ ਹੋਰ ਕਰਨਾ। ਅਤੇ ਉਹ ਕਹਿਣ ਲੱਗੀ ਬਾਦਸ਼ਾਹ ਦੀ ਕੁੜੀ ਆ, ਤੈਂ ਤੋਂ ਸਵਾਲ ਪੁੱਛ ਕੇ ਕੀ ਲੈਣੇ ਆ? ਅਤੇ ਕਹਿੰਦਾ ਨਹੀਂ ਫਿਰ ਕੁਛ ਨਹੀਂ ਹੁੰਦਾ, ਪੁੱਛਦਾ ਸਹੀ। ਉਹ ਕਹਿਣ ਲੱਗੀ ਹਾਂ ਵੀ ਪੁੱਤਰ ਆਪਾਂ ਉੱਪਰ ਮਹਿਲ ਦੇ ਚੜ੍ਹੀਏ। ਮਹਿਲ ਦੇ ਉੱਤੇ ਲੈ ਕੇ ਚੜ੍ਹ ਗਈ ਰਾਣੀ। 4 ਸਵੇਰੇ ਮਹਿਲ ਦੇਖਿਆ। ਕਹਿੰਦੀ ਪੁੱਤਰ ਸਭ ਤੋਂ ਵੱਡਾ ਸਹਾਰਾ ਕਿਹਦਾ ਹੁੰਦਾ ਹੈ? ਉਹਨੇ ਆਖਿਆ ਬੰਦੇ ਦਾ ਕਹੂ। ਉਹ ਕਹਿੰਦੀ ਪਰਮਾਤਮਾ ਦਾ ਹੁੰਦਾ ਸਭ ਤੋਂ ਵੱਡਾ ਸਹਾਰਾ ਤਾਂ। ਦੂਜਾ ਪਤੀ ਦਾ। ਕਹਿੰਦੀ ਤੀਜਾ? ਕਹਿੰਦੀ ਮਾਂ ਪਿਓ ਦਾ। ਕਹਿੰਦੀ ਵੀ ਠੀਕ ਆ। ਆਈ ਰਾਜੇ ਕੋਲੇ। ਰਾਜਾ ਕਹਿੰਦਾ ਕਿਉਂ? ਕਹਿੰਦੀ ਬਿਲਕੁਲ ਦਿਮਾਗ ਬਹੁਤ ਸਿਆਣਾ ਹੈ। ਕਹਿੰਦੀ ਮੈਨੂੰ ਤਾਂ ਐਂ ਸੀ ਵੀ ਪਤੀ ਦਾ ਸਹਾਰਾ ਹੈ ਕਹੂਗੀ। ਕਹਿੰਦੀ ਯਾਰ ਪਹਿਲਾ ਸਹਾਰਾ ਰੱਬ ਦਾ ਹੈ, ਫਿਰ ਪਤੀ ਦਾ, ਫਿਰ ਮਾਂ ਪਿਓ ਦਾ। ਕਹਿੰਦਾ ਫਿਰ ਸਿਆਣੀ ਹੈ। ਕਹਿੰਦਾ ਵਿੱਚ ਤਾਂ ਕਹਿੰਦਾ ਰਾਜਿਆਂ ਦੀ ਵੀ ਕਹਿੰਦਾ ਕਮਲ ਵਾਲੀ ਲਾ ਦੀ ਜੰਮ ਪੈਂਦੀ ਹੁੰਦੀ ਹੈ। ਕਹਿੰਦਾ ਸਿਆਣੀ ਹੈ। ਉਸ ਨੇ ਆਪਦੇ ਪਤੀ ਨੂੰ ਕਿਹਾ, ਕਹਿੰਦੀ ਤੇਰੀ ਮਾਂ ਨੇ ਮੇਰੀ ਪ੍ਰੀਖਿਆ ਲਈ ਹੈ। ਕਹਿੰਦਾ ਚੱਲ ਕੋਈ ਨਾ, ਫਿਰ ਕੀ ਹੋ ਗਿਆ? ਅਤੇ ਕਹਿੰਦੀ ਮੈਥੋਂ 3 ਗੱਲਾਂ ਪੁੱਛੀਆਂ ਨੇ, ਬੜੀਆਂ ਡੂੰਘੀਆਂ ਗੱਲਾਂ ਪੁੱਛੀਆਂ ਤੀ। ਤੇਰੀ ਮਾਂ ਹੁਸ਼ਿਆਰ ਬਹੁਤ ਆ, ਕਹਿੰਦਾ ਫਿਰ ਵੀ ਰਾਜਿਆਂ ਦੀ ਕੁੜੀ ਆ, ਹੱਕ ਹੁੰਦਾ ਪੁੱਛਣ ਦਾ, ਤੂੰ ਇਹਦਾ ਕਿਉਂ ਉਹ ਕਰਦੀ ਹੈ? ਕਹਿੰਦੀ ਨਹੀਂ ਮੈਂ ਕਰਦੀ ਤਾਂ ਹੈ ਨਹੀਂ, ਪਰ ਤੇਰੀ ਮਾਂ ਹੁਸ਼ਿਆਰ ਚਲਾਕ ਬਹੁਤ ਹੈ। ਕਹਿੰਦੀ ਕਿਤੇ ਮੈਂ ਜੇ ਕੋਈ ਕਰਤੀ ਚਲਾਕੀ ਫਿਰ ਮੈਨੂੰ ਕਹਿੰਦਾ ਤਾਂ ਨਹੀਂ ਕੁਛ? ਕਹਿੰਦਾ ਨਹੀਂ ਇਹ ਤੇਰੀ ਸੱਸ ਲੱਗਦਾ, ਤਾਂ ਹੀ ਨਹੀਂ ਕਰਨੀ। ਕਿਉਂ? ਅਗਲੀ ਕਹਿੰਦੀ ਆਪਾਂ ਦੇਖੀਏ ਵੀੜੀ ਲਾ ਕੇ। ਕਹਿੰਦਾ ਨਾ ਤੈਂ ਨਹੀਂ ਇਹ ਕੰਮ ਕਰਨਾ। ਉਹ ਕਹਿਣ ਲੱਗੀ ਚੱਲ ਠੀਕ ਹੈ, ਵੱਡੇ ਨੇ, ਕਹਿੰਦਾ ਵੱਡਿਆਂ ਦੀ ਆਗਿਆ 'ਚ ਰਹਿਣਾ ਚਾਹੀਦਾ। ਉਹ ਕਹਿੰਦੀ ਠੀਕ ਹੈ, 7 ਵਚਨ ਪਈ ਰਹਿਣ ਲੱਗ ਗਈ। ਅਤੇ
ਕਹਿੰਦੀ ਚੱਲ ਮੇਰੇ ਪੇਕੀ ਚੱਲ ਕੇ ਆਈ ਆਪਾਂ। ਕਹਿੰਦਾ ਮੇਰੀ ਮਾਂ ਨੂੰ ਪੁੱਛ ਲਾ। ਕਹਿੰਦੀ ਕਿਉਂ ਵਿਆਹੀ ਤਾਂ ਮੈਂ ਤੈਨੂੰ ਆ। ਕਹਿੰਦਾ ਨਾ ਮੇਰੀ ਮਾਂ ਬੈਠੀ ਆ, ਜਿੰਨਾ ਚਿਰ ਇਹਦੀ ਚੱਲੂਗੀ ਮੈਂ ਨਹੀਂ ਹੈ ਤੈਨੂੰ ਲੈਣ ਛੱਡਣ ਜਾਂਦਾ। ਉਹ ਕਹਿੰਦੀ ਵੀ ਮਾਤਾ ਅਸੀਂ ਮੇਰੇ ਪੇਕੀ ਜਾਣਾ, ਸਾਨੂੰ ਖਾਸਾ ਚਿਰ ਹੋ ਗਿਆ ਇਹਨੂੰ। ਕਹਿੰਦੀ ਵਗ ਜਾਓ, ਕੋਈ ਨਾ ਜਾ ਆਓ। ਵੀ ਪੇਕੀ ਆ ਗਈ। ਆ ਕੇ ਮਾਂ ਨੇ ਪੁੱਛਿਆ ਕਹਿੰਦੀ ਕਿਉਂ ਤੇਰੀ ਸੱਸ ਕਿਵੇਂ ਆ। ਕਹਿੰਦੀ ਮਾਂ ਸੱਸ ਬਹੁਤ ਹੁਸ਼ਿਆਰ ਹੈ। ਆਹ ਗੱਲਾਂ ਪੁੱਛੀਆਂ। ਕਹਿੰਦੀ ਫਿਰ ਤਾਂ ਬਹੁਤ ਚੁਸਤ ਹੈ। ਕਹਿੰਦੀ ਮੈਂ ਤਾਂ ਜਵਾਬ ਜਿਹਾ ਦੇਣਾ ਦੀ। ਕਹਿੰਦੀ ਇਹਨੇ ਹਟਾ ਦੀਏ। ਕਹਿੰਦਾ ਨਾ ਤਾਂ ਇਹ ਨਹੀਂ ਕੁਛ ਕਰਨਾ। ਕਹਿੰਦੀ ਨਹੀਂ ਬਰਾਬਰੀ ਨਹੀਂ ਕਰੀ ਦੀ ਹੁੰਦੀ, ਸੱਸ ਸੱਸ ਹੀ ਹੁੰਦੀ ਹੈਗੀ, ਸੱਸ ਮਾਂ ਹੁੰਦੀ ਆ ਪੁੱਤ। ਕਹਿੰਦੀ ਮੈਂ ਤਾਂ ਤੇਰੇ ਮਾਂ ਨਾਲ ਜਨਮ ਵਾਲੀ ਆ, ਤੈਨੂੰ ਜ਼ਿੰਦਗੀ ਦਾ ਸੱਸ ਨਾਲ ਹੀ ਕੱਟਣੀ ਆ। ਅਸਲੀ ਸੱਸ ਮਾਂ ਹੁੰਦੀ ਹੈ। ਜੇ ਮਾਂ ਬਣ ਜੇ ਨੂੰਹ ਧੀ ਬਣ ਜੇ ਰੌਲਾ ਹੀ ਨਹੀਂ ਪੈਂਦਾ। ਨਾ ਸੱਸ ਮਾਂ ਬਣਦੀ ਆ ਨਾ ਤੂੰ ਨੀ ਧੀ ਨੂੰਹ ਬਣਦੀ ਆ, ਫਿਰ ਤਾਂ ਸਿੰਘ ਫਸੇ ਹੀ ਰਹਿੰਦੇ ਨੇ। ਪਰ ਸੱਸ ਮਾਂ ਆ ਅਸਲੀ, ਧੀ ਅਸਲੀ ਨੂੰਹ ਆ। ਆਪਾਂ ਤਾਂ ਕੁੜੀਆਂ ਵਿਆਹਤੀਆਂ ਸਹੁਰੀ ਬਾਗੀਆਂ, ਉੱਥੋਂ ਕਿਤੇ ਸਾਲ 6 ਮਹੀਨੇ ਬਾਅਦ ਆਉਣਗੀਆਂ। ਅਸਲ ਧੀ ਨੂੰਹ ਆ, ਜਿਹਨੇ ਰੋਟੀ ਪਾਣੀ ਸਾਰੀ ਉਮਰ ਖਾਣੀ ਆ ਜਿਹਦੇ ਕੋਲੋਂ। ਉਹ ਕਹਿੰਦੀ ਨਹੀਂ ਠੀਕ ਆ ਗੱਲ ਉਹਦੀ। ਅਤੇ ਉਹ ਭਾਈ ਰਹਿਣ